जी का खालसा वाहिगुरु जी की फतेह। वाहिगुरु साहिब जीओ। सतनाम श्री वाहिगुरु साहिब जीओ। एक ओंकार सतनाम करता पुरख निर्भव निर्वैर अकाल मूरत आजूनी सैभं गुर प्रसाद। हम मैले तुम्हें उजल करते, हम निर्गुण तू दाता। हम मूरख तुम चतुर सियाणे, तू सर्ब कला का ज्ञाता। माधो हम ऐसे तू ऐसा, हम पापी तुम पाप खंडन। निको ठाकुर देसा, जेता समुंद सागर नीर भरिया। तेते अवगन हमारे, दया करहो किश मेहरे उपावहो। डुबदे पत्थर तारे, जीड़ा अगन बराबर तपै। भीतर वगै काती, प्रणवत नानक हुक्म पछाणै। सुख होवै दिन राती, तेरी शरण मेरे दीन दयाला। सुख सागर मेरे गुर गोपाला, कर किरपा नानक गुण गावै। राख सरम असाड़ी जियो, सुकह टल गुर सेवियै। अहनिस सहज सुभाए, दर्शन परसै गुरु कै। जन्म मरण दुख जाए, होवै सिफत खसम दी। नूर अरसों कुरसों चटियै, तुद डिठे सच्चे पातशाह। माल जन्म जन्म दी कटियै, सजन सच्चा पातशाह।
ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਡਖਣਾ ਜੋ ਤਉ ਕੀਨੇ ਆਪਣੇ ਤਿਨਾ ਕੋ ਮਿਲਿਓ ਹੈ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੈ ਜੋ ਤਉ ਕੀਨੇ ਆਪਣੇ ਤਿਨਾ ਕੋ ਮਿਲਿਓ ਹੈ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੈ ਛੰਤ ਪ੍ਰੇਮ ਠਗੌਰੀ ਪਾਏ ਰੀਝਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਓ ਹਰ ਕੰਠ ਲਗ ਸੋਹਿਆ ਦੁਖ ਸਭ ਜੋਹਿਆ ਭਗਤ ਲਖਿਆ ਨਾ ਕਾਰ ਵਸ ਪਏ ਮਨ ਸਰਬ ਸੁਖ ਬੁੱਠੇ ਗੋਵਿੰਦ ਤੁਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜ ਨਾ ਮਾਇਆ ਹੋਇਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜ ਨਾ ਮਾਇਆ ਹੋਇਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰਮ ਸਨਮਾਨ ਸਤਿਕਾਰਯੋਗ
ਜੁਗੋ ਜੁਗ ਅਟਲ ਸ਼ਬਦ ਗੁਰੂ। ਚਾਵਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ। ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ। ਵਾਲੀਏ ਦੋ ਜਹਾਂ ਹਲਤ ਪਲਤ ਦੇ ਰਖਿਅਕ, ਧੰਨ 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 ਸਤਿਗੁਰੂ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਪਰ ਉਪਕਾਰੀ ਕਰਨਾ ਨਿਧਾਨ। ਕਿਰਪਾ ਦੀ ਖਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ। ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ। ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ, ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ। ਸਾਹਿਬ ਕਮਾਲ ਬਾਦਸ਼ਾਹ ਦਰਵੇਸ਼, ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ। ਦੇਗ ਤੇਗ ਦੇ ਧਣੀ ਮਰਦ ਅਗੰਮੜੇ, ਧੰਨ 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 ਸਤਿਗੁਰੂ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਪਾਵਨ ਗੁਰ ਸੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ। ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਜੀ ਦੇ ਮਹਾਨ ਪਾਵਨ ਸਥਾਨ 'ਤੇ ਹਾਜ਼ਰੀ ਭਰੀ ਹੈ। ਸਤਿਗੁਰੂ ਪਾਤਸ਼ਾਹ ਜੀ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਜੀ ਦੇ ਦਰਸ਼ਨ ਪਰਸਨ ਕਰਕੇ ਸਾਹਿਬਾਂ ਜੀ ਦੀ ਮਹਾਨ ਪਾਵਨ ਗੁਰਸੰਗਤ ਵਿੱਚ ਬੈਠ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਇਲਾਹੀ ਦਰਗਾਹੀ ਅੰਮ੍ਰਿਤ ਬਾਣੀ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਕਰਕੇ ਜੀਵਨ ਦੀਆਂ ਘੜੀਆਂ ਸਮੇਂ ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼ ਧੁਰ ਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਹਨ, ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦਿਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਸਾਰੇ ਜਪੀਏ ਵਾਹਿਗੁਰੂ ਵਾਹਿਗੁਰੂ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਡਖਣਾ ਜੋ ਤਉ ਕੀਨੇ ਆਪਣੇ ਤਿਨਾ ਕੋ ਮਿਲਿਓ ਹੈ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ। ਧੰਨ 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 ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੱਖਣੇ ਦੁਆਰਾ ਲੰਮੇ ਦੇਸ਼ ਦੀ ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਇਹ ਚੌਥਾ ਬੰਦ, ਚੌਥਾ ਪਦਾ ਉਚਾਰਨ ਕਰ ਰਹੇ ਹਨ। ਇਸ ਪਾਵਨ ਬਾਣੀ ਦੇ ਕੁੱਲ 5 ਪਦ ਹਨ। ਇਹ ਚੌਥਾ ਪਦਾ ਹੈ, ਜਿਸ ਦੇ ਅੰਦਰ ਜਦੋਂ ਜਗਿਆਸੂ ਜਨਾਂ ਨੇ ਪੁੱਛਿਆ ਕਿ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਕਿਹਨਾਂ ਨੂੰ ਮਿਲਦਾ ਹੈ, ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਿਸ ਨੂੰ ਹੁੰਦੀ ਹੈ, ਕਿਉਂਕਿ ਮਨੁੱਖੀ ਮਨ ਵਿੱਚ ਇਹੋ ਜਿਹੇ ਸੰਕਲਪ, ਫੁਰਨੇ, ਵਿਚਾਰ ਪੈਦਾ ਹੋਣੇ ਸੁਭਾਵਿਕ ਹਨ। ਮਨ ਨੂੰ ਫੁਰਨਿਆਂ ਦਾ ਘਰ, ਫੁਰਨਿਆਂ ਦਾ ਸਮੂਹ ਆਖਿਆ ਜਾਂਦਾ ਹੈ। ਜਦੋਂ ਕੋਈ ਚੰਗੀ ਮੱਤ, ਚੰਗੀ ਸਿੱਖਿਆ ਇਸ ਨੂੰ ਦਿੱਤੀ ਜਾਏ, ਤੁਰੰਤ ਦੂਸਰਾ ਪਾਸਾ ਵੇਖਦਾ ਹੈ ਔਰ ਨਾਲ ਖਿਆਲ ਪੈਦਾ ਹੁੰਦਾ ਹੈ ਕਿ ਇਹਦਾ ਲਾਭ, ਫਾਇਦਾ, ਨਫਾ ਕੀ ਹੋਏਗਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਮਸਲਾ ਇਸ ਪੰਕਤੀ ਦੇ ਵਿੱਚ ਹੱਲ ਕੀਤਾ ਹੈ। ਪਹਿਲੀ ਗੱਲ ਜਿਹੜੀ ਸਮਝਣ ਵਾਲੀ ਹੈ ਕਿ ਪ੍ਰਮਾਤਮਾ ਮਿਲਦਾ ਕਿਸ ਨੂੰ ਹੈ, ਉਹ ਇਹ ਹੈ ਜੋ ਤਉ ਕੀਨੇ ਆਪਨੇ। ਜੋ ਕਹੀਏ ਜਿਹੜੇ ਵਿਅਕਤੀ, ਜਿਹੜੇ ਗੁਰਮੁਖ ਜਨ, ਜਿਹੜੇ ਸੰਤ ਭਗਤ, ਤਉ ਤੋਂ ਭਾਵ ਹੈ ਤੁਸੀਂ, ਅਕਾਲ ਪੁਰਖ ਪਰਮੇਸ਼ਰ ਜੀ ਨੇ, ਆਪ ਜੀ ਨੇ। ਹੇ ਵਾਹਿਗੁਰੂ ਜੀਓ, ਜੋ ਤਉ ਕੀਨੇ, ਕੀਨੇ ਭਾਵ ਕਰ ਲੈ, ਬਣਾ ਲੈ, ਆਪਣੇ ਆਪਣੇ ਬਣਾ ਲੈ। ਜਿਨ੍ਹਾਂ ਦੇ ਉੱਪਰ ਤੇਰੀ ਨਜ਼ਰੇ ਮਿਹਰ, ਰਹਿਮਤ, ਕਿਰਪਾ, ਦ੍ਰਿਸ਼ਟੀ ਹੋਈ, ਉਹਨਾਂ ਨੂੰ ਤੁਸੀਂ ਪਹਿਲਾਂ ਆਪਣੇ ਬਣਾਇਆ, ਅਤੇ ਜਿਨ੍ਹਾਂ ਨੂੰ ਤੁਸੀਂ ਆਪਣੇ ਬਣਾ ਲਿਆ ਤਿਨਾਂ ਕੋ ਮਿਲਿਓ ਹੈ। ਅਕਾਲ ਪੁਰਖ ਵਾਹਿਗੁਰੂ ਫਿਰ ਉਹਨਾਂ ਨੂੰ ਮਿਲਿਆ ਹੈ, ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜੀਵਨ ਦੀ ਆਰੰਭਤਾ ਤੋਂ ਲੈ ਕੇ ਅੰਤ ਤੱਕ ਮਨੁੱਖ ਬਹੁਤ ਕੁਛ ਆਪਣਾ ਸਮਝਦਾ ਹੈ ਕਿ ਮੇਰਾ ਆਪਣਾ ਹੈ। ਮਾਂ ਬਾਪ, ਰਿਸ਼ਤੇਦਾਰ, ਭੈਣ ਭਰਾ, ਇੱਥੋਂ ਤੱਕ ਪਦਾਰਥ। ਤੇ ਗੁਰੂ ਸਾਹਿਬ ਜੀ ਕਹਿੰਦੇ ਕਿ ਜੋ ਮਨੁੱਖ ਆਪਣੇ ਕਰਕੇ ਸਮਝਦਾ ਨਾ, ਸਭ ਕੁਛ ਆਪਣਾ ਕਰ ਕਰ ਰਾਖਿਆ, ਖਿਨ ਮੈਂ ਭਇਆ ਪਰਾਇਆ। ਜਿਸ ਨੂੰ ਆਪਣਾ ਸਮਝਿਆ ਸੀ, ਆਪਣਾ ਕਰ ਕਰਕੇ ਰੱਖਿਆ ਸੀ, ਉਹ ਕਿਛਨ ਲੱਗਾ, ਸਭ ਕੁਛ ਬੇਗਾਨਾ ਹੋ ਗਿਆ, ਪਰਾਇਆ ਹੋ ਗਿਆ। ਆਪਣਾ ਕੀ ਹੈ? ਸਤਿਗੁਰੂ ਪਾਤਸ਼ਾਹ ਨੇ ਬਾਣੀ 'ਚ ਦੱਸ ਦਿੱਤਾ ਹੈ, ਆਪਣਾ ਗੁਰੂ ਧਿਆਏ ਘਰ ਕੁਸਲ ਸੇਤੀ। ਸੁੱਖ ਆਰਾਮ ਦੇ ਨਾਲ ਤੁਸੀਂ ਸੁੱਖ ਸਰੂਪ ਰੂਪੀ ਘਰ ਵਿੱਚ ਆ ਜਾਣਾ ਕਰੋਗੇ, ਕਿਉਂਕਿ ਅਕਾਲ ਪੁਰਖ ਦਾ ਐਸਾ ਸੁਭਾਅ ਹੈ ਕਿ ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸੁਆਮੀ, ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ। ਜਿਹੜੇ ਤਾਂ ਉਹਦੇ ਆਪਣੇ ਬਣ ਗਏ, ਉਹਨਾਂ ਦੀ ਪੱਤ ਰੱਖੀ, ਇੱਜ਼ਤ ਰੱਖੀ, ਔਖੇ ਤੋਂ ਔਖੇ, ਵਿਖੜੇ ਤੋਂ ਵਿਖੜੇ ਸਮੇਂ ਵਿੱਚ ਮਾਲਕ ਨੇ ਉਹਨਾਂ ਦੀ ਬਾਂਹ ਫੜੀ, ਉਹਨਾਂ ਦੀ ਸਹਾਇਤਾ ਕੀਤੀ। ਪਰ ਜਿਹੜੇ ਉਹਦੇ ਆਪਣੇ ਨਹੀਂ ਸਨ, ਵੈਰ ਭਾਵ, ਈਰਖਾ, ਨਫ਼ਰਤ ਰੱਖਦੇ ਸਨ, ਨਿੰਦਾ ਦਾ ਭਾਵ ਜਿਨ੍ਹਾਂ ਦੇ ਮਨ ਵਿੱਚ ਸੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨਿੰਦਕਾਂ ਦੁਸ਼ਟਾਂ ਕੇ ਮੂੰਹ ਕਾਲੇ ਕਰਾਏ, ਕਿਉਂਕਿ ਉਹਦੇ ਆਪਣੇ ਨਹੀਂ ਨਾ ਬਣ ਸਕੇ। ਤੇ ਜਿਹੜੇ ਉਹਦੇ ਆਪਣੇ ਨਹੀਂ ਬਣ ਸਕੇ, ਉਹਨਾਂ ਦੇ ਮੂੰਹ ਉਹਨੇ ਕਾਲੇ ਕਰਵਾ ਦਿੱਤੇ, ਔਗਣਾਂ ਨਾਲ, ਬੁਰਾਈਆਂ ਨਾਲ, ਬਦੀਆਂ ਨਾਲ। ਉਹ ਨਿੰਦਾ ਦੇ ਵਿੱਚ ਹੀ ਫਸੇ ਰਹੇ, ਕਿਉਂਕਿ ਉਹਨਾਂ ਨੂੰ ਆਪਣੇ ਨਹੀਂ ਬਣਾਇਆ। ਤੇ ਜਿਹੜੇ ਉਹਦੇ ਆਪਣੇ ਬਣ ਗਏ, ਸਾਹਿਬ ਕਹਿੰਦੇ ਤਿੰਨਾਂ ਕੋ ਮਿਲਿਓ ਹੈ, ਉਹਨਾਂ ਨੂੰ ਮਿਲ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਬਚਨ ਦੀ ਆਪ ਹੀ ਵਿਆਖਿਆ ਕੀਤੀ ਅੱਗੇ ਜਾ ਕੇ। ਮਾਝ ਰਾਗ ਦੇ ਅੰਦਰ
ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਸਾਹਿਬ ਕਹਿੰਦੇ ਅਸੀਂ ਉਹਨਾਂ ਤੋਂ ਸਦਕੇ ਬਲਿਹਾਰ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਗੁਰਮੁਖ ਜਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲ ਪਿਆ ਹੈ, ਆਪਣਾ ਪ੍ਰਭੂ ਮਿਲ ਪਿਆ ਹੈ, ਜਿਨ੍ਹਾਂ ਨੂੰ ਆਪਣੇ ਬਣਾ ਕਰਕੇ ਉਸਨੇ ਮਿਲਣਾ ਕੀਤਾ। ਮਾਗ ਸੁੱਚੇ ਸੇ ਕਾਂਡੀਆ ਹੈ, ਜਿਨ ਪੂਰਾ ਗੁਰ ਮਿਹਰਬਾਨ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾ ਰਹੇ ਨੇ, ਅਸਲ ਵਿੱਚ ਪਰਮਾਤਮਾ ਨੂੰ ਆਪਣਾ ਬਣਾਉਣਾ ਬੜਾ ਔਖਾ ਹੈ। ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਬੰਦਾ ਹਰ ਵਸਤੂ ਆਪਣੀ ਸਮਝਦਾ ਹੈ, ਬੇਗਾਨਾ ਕੌਣ ਹੈ? ਪਰਮੇਸ਼ਰ। ਗੁਰੂ ਪਰਮੇਸ਼ਰ ਰੱਬ ਜੀ ਨੂੰ ਹੀ ਬੇਗਾਨਾ ਸਮਝਦਾ ਹੈ। ਅਸਲ ਵਿੱਚ ਜੋ ਆਪਣਾ ਸੀ ਉਹ ਬੇਗਾਨਾ ਪ੍ਰਤੀਤ ਹੁੰਦਾ ਹੈ। ਤੇ ਸਾਹਿਬ ਕਹਿੰਦੇ ਮਾਲਕ ਜਦੋਂ ਕਿਰਪਾ ਕਰ ਦਵੇ, ਜਿਨ੍ਹਾਂ ਨੂੰ ਆਪਣੇ ਬਣਾ ਲਵੇ, ਤੇ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਫਿਰ ਤਿੰਨਾਂ ਕੋ ਮਿਲਿਓ ਹੈ। ਮਿਲਿਓ ਦਾ ਅਰਥ ਹੈ ਮਿਲ ਗਿਆ, ਪ੍ਰਾਪਤ ਹੋ ਗਿਆ। ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਪ੍ਰਾਪਤੀ ਹੋ ਗਈ, ਜਿਨ੍ਹਾਂ ਨੂੰ ਉਸਨੇ ਆਪਣੇ ਬਣਾ ਲਿਆ ਹੈ। ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੈ। ਉਹ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਆਪ ਖੁਦ ਬਖੁਦ ਆਪ ਮੋਹਿਓ ਮੋਇਆ ਗਿਆ। ਉਹਨਾਂ ਦੇ ਪ੍ਰੇਮ ਦੇ ਪਿਆਰ ਦੇ ਵਸੀਕਾਰ ਅਧੀਨ ਹੋ ਗਿਆ। ਕਦੋਂ? ਜਦੋਂ ਉਹਦੇ ਆਪਣਿਆਂ ਨੇ ਉਹਦਾ ਜਸ ਕੀਤਾ। ਇਹਦਾ ਭਾਵ ਇਹ ਨਾ ਸਮਝ ਲੈਣਾ ਕਿ ਰੱਬ ਖੁਸ਼ਾਮਦੀ ਹੈ ਤੇ ਜਿਹੜਾ ਉਹਦੀ ਖੁਸ਼ਾਮਦ ਕਰੇ ਉਹ ਤੇ ਖੁਸ਼ ਹੋ ਜਾਂਦਾ, ਨਹੀਂ, ਉਹਨੂੰ ਕੋਈ ਪਰਵਾਹ ਨਹੀਂ। ਹਾਂ, ਜਿਹੜਾ ਉਹਦਾ ਜਸ ਕਰਦਾ, ਸਿਫਤ ਕਰਦਾ, ਉਹਦਾ ਆਪਣਾ ਰੂਪ ਹੋ ਜਾਂਦਾ, ਉਹਦੇ ਵਿੱਚੋਂ ਔਗਣ ਚਲੇ ਜਾਂਦੇ ਹੋ, ਇੰਨਾ ਉੱਚਾ ਹੋ ਜਾਂਦਾ ਹੈ ਕਿ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨ ਜਾਣੋ ਮਾਨਸ ਦੇਹਾ। ਉਹਦਾ ਆਪਣਾ ਕਿਵੇਂ ਬਣਿਆ ਜਾ ਸਕਦਾ ਹੈ? ਬਾਬਾ ਫਰੀਦ ਸਾਹਿਬ ਜੀ ਨੇ ਇਹਦਾ ਹੱਲ ਦੱਸਿਆ ਹੈ ਕਿ ਆਪ ਸਵਾਰੇ ਮੈਂ ਮਿਲ ਹੈ, ਜੇਕਰ ਤੂੰ ਆਪਣਾ ਆਪਾ ਸਵਾਰੇਗਾ। ਆਪਣਾ ਆਪਾ ਸਵਾਰਿਆ ਜਾਂਦਾ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ, ਸੇਵਾ ਕਰਕੇ। ਆਪ ਸਵਾਰੇ ਮੈਂ ਮਿਲ ਹੈ, ਤੇ ਪਰਮਾਤਮਾ ਕਹਿੰਦਾ ਫਿਰ ਮੈਂ ਤੈਨੂੰ ਮਿਲ ਜਾਵਾਂਗਾ। ਤੇ ਜਦੋਂ ਮੈਂ ਮਿਲ ਜਾਵਾਂਗਾ ਨਾ, ਫਿਰ ਕੋਈ ਐਸਾ ਸੁੱਖ ਨਹੀਂ ਜਿਹੜਾ ਪਿੱਛੇ ਰਹਿ ਜਾਏਗਾ। ਮੈਂ ਮਿਲਿਆ ਸੁੱਖ ਹੋਏ, ਤੈਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ। ਇਸੇ ਵਾਸਤੇ ਸਾਹਿਬ ਕਹਿੰਦੇ ਤੁਸੀਂ ਉਸ ਮਾਲਕ ਦੇ ਬਣ ਜਾਓ। ਮੈਂ ਮਿਲਿਆ ਸੁਖ ਹੋਏ। ਅਕਾਲ ਪੁਰਖ ਕਹਿੰਦਾ ਮੈਂ ਜਿਹਨੂੰ ਪ੍ਰਾਪਤ ਹੋ ਗਿਆ, ਸਮਝੋ ਕਿ ਉਹਨੂੰ ਸਾਰੇ ਸੁਖ ਪ੍ਰਾਪਤ ਹੋ ਗਏ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਫਰਮਾ ਰਹੇ ਨੇ, ਮਾਲਕ ਨੇ ਜਿਨ੍ਹਾਂ ਕੋਲੋਂ ਜਸ ਸੁਣਿਆ, ਜਸ ਨਾਨਕ ਆਪ ਸੁਣਿਓ ਹੈ। ਆਪਣੀ ਸਿਫਤ ਉਹਨੇ ਆਪ ਹੀ ਸੁਣੀ, ਆਪਣੀ ਵਡਿਆਈ ਆਪ ਸੁਣ ਕਰਕੇ ਆਪ ਹੀ ਵਡਿਆਈ ਦੇ ਅਧੀਨ ਹੋਇਆ, ਮੋਹਿਆ ਗਿਆ। ਤਾਈਂ ਹੀ ਭਗਤ ਸਾਹਿਬਾਨਾਂ ਨੇ ਬਾਣੀ ਵਿੱਚ ਇਹ ਬਚਨ ਲਿਖ ਦਿੱਤੇ ਨੇ ਕਿ ਹਮ ਪ੍ਰੇਮ ਬੰਧਨ ਤੁਮ ਬਾਧੇ, ਆਪਣੇ ਛੂਟਣ ਕੋ ਤੁਮ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਮਾਲਕਾ ਆਪਣਾ ਫਿਕਰ ਕਰ, ਅਸੀਂ ਤਾਂ ਤੈਨੂੰ ਯਾਦ ਕਰਕੇ ਬੰਧਨਾਂ ਤੋਂ ਛੁੱਟ ਜਾਵਾਂਗੇ, ਪਰ ਤੈਨੂੰ ਅਸੀਂ ਮੋਹ ਦੀ ਪ੍ਰੇਮ ਦੀ ਡੋਰੀ ਪਾ ਕਰਕੇ ਤੇਰਾ ਜਸ ਕਰਕੇ ਬੰਨ ਲਿਆ, ਤੂੰ ਕਿਵੇਂ ਛੁੱਟੇਗਾ? ਕਿਉਂਕਿ ਤੂੰ ਪ੍ਰੇਮ ਤੇ ਮੋਹ ਦਾ ਬੱਧਾ ਹੋਏ, ਬੰਧਨ ਵਿੱਚ ਬੱਝਾ ਹੋਇਆ, ਤੂੰ ਸਾਡੇ ਅਧੀਨ ਹੈ। ਤੇ ਅਕਾਲ ਪੁਰਖ ਵੀ, ਪਰਮੇਸ਼ਰ ਜੀ ਵੀ ਇਹ ਬਚਨ ਕਹਿੰਦੇ ਨੇ ਕਿ ਵਾਕਿਆ ਬਿਲਕੁਲ ਤੁਸੀਂ ਸੱਚ ਕਹਿੰਦੇ ਹੋ, ਮੈਂ ਤੁਹਾਡੇ ਪ੍ਰੇਮ ਦੀ ਡੋਰ ਦਾ ਬੱਝਾ ਹੋਇਆ ਨਹੀਂ ਛੁੱਟ ਸਕਦਾ। ਤੇ ਸਾਹਿਬ ਕਹਿੰਦੇ ਜਿਨ੍ਹਾਂ ਨੇ ਉਹਦਾ ਜਸ ਕੀਤਾ ਨਾ, ਮਾਲਕ ਉਹਨਾਂ ਦੇ ਮੁਖ ਤੋਂ ਆਪਣਾ ਜਸ ਸੁਣ ਕੇ, ਵਡਿਆਈ ਸੁਣ ਕੇ ਮੋਹਿਆ ਗਿਆ, ਉਹਨਾਂ ਦੇ ਅਧੀਨ ਹੋ ਗਿਆ, ਉਹਨਾਂ ਨਾਲ ਪਿਆਰ ਕਰਨ ਲੱਗਾ। ਅੱਗੇ ਹੁਣ ਇਸ ਦੀ ਵਿਆਖਿਆ ਹੋਰ ਖੁੱਲ੍ਹ ਕੇ ਕਰ ਰਹੇ ਹਨ। ਸ਼ੰਤ ਪ੍ਰੇਮ ਠਗੌਰੀ ਪਾਏ ਰਿਝਾਏ। ਠਗੌਰੀ ਕਹਿੰਦੇ ਇੱਕ ਬੂਟੀ ਹੈ, ਠੱਗ ਲੋਕਾਂ ਦੇ ਕੋਲ ਹੁੰਦੀ ਹੈ। ਉਹ ਕੀ ਕਰਦੇ ਸਨ ਪੁਰਾਣੇ ਸਮੇਂ ਵਿੱਚ? ਰਾਹਗੀਰ ਜਾਂਦੇ ਹੋਏ ਰਾਹੀਆਂ ਪਾਂਧੀਆਂ ਨੂੰ ਬੂਟੀ ਸੁੰਘਾ ਦਿੰਦੇ ਸਨ। ਬੰਦਾ ਬੇਹੋਸ਼ ਹੋ ਜਾਂਦਾ ਸੀ, ਜੋ ਕੋਲ ਮਾਲ ਸੁਭਾਅ ਪੈਸਾ ਧੇਲਾ ਹੁੰਦਾ ਸੀ ਉਹ ਲੁੱਟ ਕੇ ਰਾਹ ਪੈਂਦੇ ਸਨ।
ਤੇ ਉਹ ਬੂਟੀ ਬੜੀ ਪ੍ਰਸਿੱਧ ਸੀ, ਉਹਨੂੰ ਕਹਿੰਦੇ ਸਨ ਠੱਗ ਬੂਟੀ ਠਗੌਰੀ। ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਠੱਗ ਬੂਟੀ ਭਾਉ ਭਗਤੀ ਬੰਦਗੀ ਤੇ ਪ੍ਰੇਮ ਨੂੰ ਆਖਿਆ ਹੈ। ਮਾਇਆ ਨੂੰ ਵੀ ਠੱਗ ਬੂਟੀ ਬਾਣੀ 'ਚ ਆਖਿਆ ਹੈ, ਪਰ ਇੱਥੇ ਸਾਹਿਬ ਕਹਿੰਦੇ ਪ੍ਰੇਮ ਠਗੌਰੀ ਪਾਏ ਰਿਝਾਏ। ਪ੍ਰੇਮ ਰੂਪੀ ਜੀ ਠਗੌਰੀ ਨਾ ਬੂਟੀ ਪਾ ਕੇ, ਠੱਗ ਬੂਟੀ ਪਾ ਰਿਝਾਏ, ਵਾਹਿਗੁਰੂ ਪ੍ਰਸੰਨ ਕਰ ਲਿਆ। ਇੱਕ ਥਾਂ ਤੇ ਗੁਰੂ ਸਾਹਿਬ ਦਾ ਬਚਨ ਹੈ, ਭਗਤ ਠਗੌਰੀ ਪਾਏ, ਭਗਤੀ ਰੂਪੀ ਠਗੌਰੀ ਬੂਟੀ ਪਾ ਕਰਕੇ ਮਾਲਕ ਨੂੰ ਵਸ ਕਰ ਲਿਆ। ਸੋ ਜਿਨ੍ਹਾਂ ਕੋਲ ਪ੍ਰੇਮ ਹੈ ਨਾ, ਮਾਲਕ ਉਹਨਾਂ ਦੇ ਫਿਰ ਵਸ ਵਿੱਚ ਹੋ ਜਾਂਦਾ, ਉਹਨਾਂ ਤੇ ਖੁਸ਼ ਹੋ ਜਾਂਦਾ। ਐਵੇਂ ਨਹੀਂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ, ਕੀ ਹੋ ਗਿਆ, ਅੱਖਾਂ ਬੰਦ ਕਰ ਲੀਆਂ, ਬੈਠ ਰਹੇ ਹੋ ਬਕ ਧਿਆਨ ਲਗਾਇਓ, ਬੰਗਲੇ ਦੀ ਤਰ੍ਹਾਂ ਬੈਠ ਕੇ ਸਮਾਧੀ ਲਾ ਲਈ। ਨਹਾਤ ਫਿਰੋ ਲਈ ਸਾਤ ਸਮੁੰਦਰ ਲੋਕ ਗਇਓ, ਪਰ ਲੋਕ ਗਵਾਇਓ, ਬਾਸ ਕਿਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹੋ ਸੁਨ ਲਿਹੋ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਪੰਥਾ ਪ੍ਰੇਮ ਨਾ ਜਾਣੈ, ਭੁੱਲੀ ਫਿਰੇ ਗਵਾਰ, ਨਾਨਕ ਹਰ ਵਿਸਰਾਏ ਕੈ, ਪਾਉਂਦੇ ਨਰਕ ਅੰਧਿਆਰ। ਪ੍ਰੇਮ ਕੋਲ ਹੈ ਹੀ ਨਹੀਂ। ਪ੍ਰੇਮ ਦਾ ਅਰਥ ਕੀ ਹੈ? ਮੈਂ ਤੋਂ ਪਰੇ ਹੋ ਜਾਣਾ। ਪ੍ਰੇਮ ਦਾ ਆਖਰੀ ਅਰਥ ਹੈ ਪਰੇ, ਮੈਂ ਤੋਂ ਪਾਸੇ ਹੋ ਜਾਣਾ। ਜਿੱਥੇ ਤੂੰ ਦੀ ਧੁਨੀ ਗੂੰਜਦੀ ਹੋਵੇ, ਜਲਸ ਤੋਂ ਹੀ ਥਲਸ ਤੋਂ ਹੀ, ਜ਼ਮੀਨ ਤੋਂ ਹੀ ਜਮਾਂ ਤੋਂ ਹੀ, ਮਕੀਨ ਤੋਂ ਹੀ ਮਕਾਨ ਤੋਂ ਹੀ, ਤੋਹੀ 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 ਤੋਹੀ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਹਿਰਦੇ ਵਿੱਚੋਂ ਪਿਆਰ 'ਚ ਭਿੱਜ ਕੇ ਬਚਨ ਨਿਕਲਦੇ, ਮਾਲਕਾ ਸਾਰੇ ਥਾਵਾਂ ਤੇ ਤੂੰ ਹੈ। ਜਿੱਥੇ ਪ੍ਰੇਮ ਹੋਵੇ ਉੱਥੇ ਮੈਂ ਨਹੀਂ ਰਹਿੰਦੀ। ਤੇ ਸਾਹਿਬ ਕਹਿੰਦੇ ਪ੍ਰੇਮ ਠਗੌਰੀ ਪਾਏ ਰਿਝਾਏ, ਪ੍ਰੇਮ ਰੂਪੀ ਠੱਗ ਬੂਟੀ ਪਾ ਕਰਕੇ ਮਾਲਕ ਨੂੰ ਰਿਝਾਏ, ਪ੍ਰਸੰਨ ਕਰ ਲਿਆ। ਮਾਲਕ ਜਿਨ੍ਹਾਂ ਤੇ ਖੁਸ਼ ਹੋ ਗਿਆ। ਇੱਕ ਫੋਕਾ ਪਾਣੀ, ਜੇਠ ਦੇ ਦਿਨ ਸਨ, ਬੜੀ ਗਰਮੀ ਦਾ, ਤਪਦਾ ਹੋਇਆ ਮਹੀਨਾ, ਗਰਮ ਲੋਆਂ ਵਗ ਰਹੀਆਂ ਸਨ। ਭਾਈ ਸਾਧੂ ਤੇ ਭਾਈ ਰੂਪਾ ਜੰਗਲ ਵਿੱਚ ਲੱਕੜਾਂ ਕੱਢਦੇ ਕੱਢਦੇ ਪਾਣੀ ਵਾਲਾ ਕੁੰਨਾ, ਜਲ ਵਾਲਾ ਭਾਂਡਾ ਨਾਲ ਲੈ ਕੇ ਗਏ ਸਨ। ਜਦੋਂ ਪਿਆਸ ਲੱਗੀ ਤੇ ਪਿਓ ਨੇ ਆਖਿਆ, ਭਾਈ ਸਾਧੂ ਨੇ ਭਾਂਡਾ ਲਾ, ਬਰਤਨ ਜਲ ਛਕੀਏ। ਜਦੋਂ ਭਾਂਡੇ ਨੂੰ ਪੁੱਤਰ ਨੇ ਹੱਥ ਲਾਇਆ, ਭਾਈ ਰੂਪ ਚੰਦ ਨੇ ਕਹਿਣ ਲੱਗਾ, ਪਿਤਾ ਜੀ ਪਾਣੀ ਤਾਂ ਬੜਾ ਠੰਡਾ ਸੀਤਲ ਹੈ, ਇਹ ਤਾਂ ਸਤਿਗੁਰੂ ਜੀ ਦੇ ਪੀਣ ਦੇ ਲਾਇਕ ਹੈ, ਇਹ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਜਲ ਛਕਾਉਣਾ ਚਾਹੀਦਾ। ਵੇਖੋ ਜਿੱਥੇ ਪ੍ਰੇਮ ਹੋਵੇ। ਡਰੌਲੀ ਭਾਈ ਨਗਰ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਹਨ। 30 ਕੋਹ ਦਾ ਪੈਂਡਾ ਸੀ। ਉੱਥੋਂ ਤਿੱਖੜ ਦੁਪਹਿਰੇ ਸਤਿਗੁਰੂ ਪਾਤਸ਼ਾਹ ਉੱਠੇ, ਕਹਿਣ ਲੱਗੇ ਸਾਡਾ ਘੋੜਾ ਲੈ ਕੇ ਆਓ। ਸਾਹਿਬਾਂ ਘੋੜਾ ਮੰਗਵਾਇਆ, ਕਾਠੀ ਪਵਾਈ, ਘੋੜੇ ਤੇ ਪਲਾਕੀ ਮਾਰ ਕੇ ਸਵਾਰ ਹੋ ਕਰਕੇ ਘੋੜਾ ਹਵਾ ਨਾਲ ਗੱਲਾਂ ਕਰਦਾ 30 ਮੀਲ ਦਾ ਪੈਂਡਾ ਬਸ ਛਿਨ ਵਿੱਚ ਪੂਰਾ ਕਰਕੇ ਜਾ ਪਹੁੰਚਿਆ, ਜਿੱਥੇ ਅੰਤਲੇ ਸਾਹਾਂ ਤੇ ਪਾਏ ਹੋਏ ਭਾਈ ਸਾਧੂ ਤੇ ਭਾਈ ਰੂਪਾ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਯਾਦ ਕਰਦੇ। ਇਹਨੂੰ ਕਹਿੰਦੇ ਨੇ ਪ੍ਰੇਮ ਠਗੌਰੀ, ਪ੍ਰੇਮ ਰੂਪੀ ਬੂਟੀ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਾ ਕਰਕੇ ਉਹ ਜਲ ਪ੍ਰਵਾਨ ਕੀਤਾ, ਉਹਨਾਂ ਦੇ ਮੁਖ 'ਚ ਜਲ ਪਾਇਆ, ਹੋਸ਼ ਪਰਤੀ। ਇਤਿਹਾਸ ਵਿੱਚ ਇਹ ਪਹਿਲਾ ਹੀ ਵਾਕਿਆ ਹੈ ਕਿ ਫੋਕਾ ਪਾਣੀ ਪਿਆਉਣ ਵਾਸਤੇ ਗੁਰੂ ਕੇ ਸਿੱਖ ਯਾਦ ਕਰਨ ਤੇ ਗੁਰੂ ਪ੍ਰੇਮ ਦੀ ਤਾਰ ਦਾ ਖਿੱਚਿਆ ਹੋਇਆ ਜਾ ਪਹੁੰਚੇ ਤਿੱਖੜ ਦੁਪਹਿਰੇ। ਕੀਰਤਪੁਰ ਸਾਹਿਬ ਦੀ ਉਹ ਵਾਰਤਾ ਹੈ ਕਿ ਬਜ਼ੁਰਗ ਮਾਈ ਤਾਬੋ ਸੁਣਿਆ ਕਿ ਕੀਰਤਪੁਰ ਸਾਹਿਬ ਦੀ ਧਰਤੀ ਤੇ ਬੜੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ, ਸੋਹਣੇ ਪਦਾਰਥ ਭੇਟਾਂ ਅਰਪਣ ਕਰਦੀਆਂ। ਮਨ 'ਚ ਭਾਵਨਾ ਪੈਦਾ ਹੋਈ, ਕਿਉਂ ਨਾ ਮੈਂ ਵੀ ਥੋੜ੍ਹੀ ਬਾਤੀ ਸੇਵਾ ਸਤਿਗੁਰੂ ਸਾਹਿਬ ਜੀ ਦੀ ਕਰ ਲਵਾਂ। ਦਿਹਾੜੀ ਲਾਈ, ਜੋ ਉਹਨੂੰ ਦਿਹਾੜੀ ਦੇ ਪੈਸੇ ਪ੍ਰਾਪਤ ਹੋਏ, ਉਸਨੇ 2 ਪ੍ਰਸ਼ਾਦੇ ਤਿਆਰ ਕੀਤੇ, ਰੁੱਖੇ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਜਿੰਨੀ ਕੁ ਸਮਰੱਥਾ ਸੀ ਪੌਣੇ ਵਿੱਚ ਲਪੇਟ ਕਰਕੇ ਕੀਰਤਪੁਰ ਸਾਹਿਬ ਨੂੰ ਤੁਰ ਪੈਂਦੀ ਹੈ। ਅੱਗੇ ਪ੍ਰੇਮ ਦੀ ਠਗੌਰੀ ਦਾ ਮੋਹਿਆ ਹੋਇਆ ਸਤਿਗੁਰੂ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਕਹਿੰਦੇ, ਸਿੱਖੋ ਸਾਡਾ ਘੋੜਾ ਲਿਆਓ। ਘੋੜਾ ਮੰਗਵਾ ਕੇ ਉਸ ਪਾਸੇ ਨੂੰ ਦੜਾਉਂਦੇ ਹੋਏ ਚੱਲ ਪੈਂਦੇ ਜਿੱਧਰੋਂ ਬਿਰਧ ਮਾਤਾ ਮਾਈ ਤਾਬੋ ਆ ਰਹੀ ਸੀ। ਦੂਰੋਂ ਧੂੜ ਉੜਦੀ ਵੇਖੀ ਮਾਈ ਇੱਕ ਪਾਸੇ ਹੋ ਕੇ ਖਲੋ ਗਈ ਕਿ ਸ਼ਾਇਦ ਕੋਈ ਨੌਜਵਾਨ ਘੋੜੇ ਤੇ ਚੜ੍ਹਿਆ ਜਾ ਰਿਹਾ, ਅੱਗੇ ਲੰਘਣਾ ਹੈ।
पर बराबर ते जा करके कहन लगे माई बड़ी भुख लगी है, लिया को शक्ल नूं दे। ते माई ने बजुर्ग हत्थां नाल वो पौने विच लपेटे दो प्रशादे अगे कीते। धन गुरु हरिराय पातशाह ने घोड़े ते चढ़े चढ़ाया प्रशादे छके ते कहन लगे माता निहाल निहाल निहाल। माता दे कपाट खुल गए। इनू कहंदे ने प्रेम ठगौरी। सिख बड़े हैरान सन जदों पिछों सिख चल करके आए। उन्हें वेख्या कि गुरु साहब महाराज रुके प्रशादा चले गए जंगल नूं ते हुण सिखां ने अगले दिन प्रशादे नाल ही बन लए। उही वेला जदों होया कहन लगे महाराज प्रशादे छको। साहब कहन लगे कोई टाइम है प्रशादियां दा? महाराज कल दा ही शंका साडे मन विच कि आप जी ने अगे कदी ऐसा नहीं कीता, हथ भी नहीं धोते, पंगत विच भी नहीं बैठे। ते गुरु साहब कहन लगे सिखो सानू प्रशादियां दी नहीं सानू प्रेम दी भुख लगदी। ओ माई तब वाला प्रेम ओ भावना शरधा कित्थों लैके आओगे? भाई साहब भाई गुरदास साहब जी कहंदे गोबिंद भाओ भगत दा भुखा। ओ प्रेमा भगती दा भुखा है, पदार्थां दा नहीं। ते गुरु अर्जन दे पातशाह कहंदे जिन्हां प्रेम दी ठग बूटी पा के मालक नूं रिझाए प्रसन्न कर लिया, खुश कर लिया। गोबिंद मन मोहिया जियो। गोबिंद गो धरती बिंद रखिया करन वाला, गो इंद्रियां बिंद पालना करन वाला जो अकाल पुरख परमेश्वर वाहिगुरु है। उस वाहिगुरु परमेश्वर दा मन मोहिया जियो। रब दे मन नूं मोहना कोई सौखा नहीं। पहला पता नहीं किन्नियां चीज़ां घल दिंदा, ਉਹੀ ਬੰਦੇ ਨੂੰ ਮੋਹ ਲੈਂਦੀਆਂ ਨੇ। ਪਦਾਰਥ ਦੇ ਦਿੰਦਾ, ਸ਼ਕਤੀਆਂ ਘੱਲ ਦਿੰਦਾ, ਬੰਦਾ ਸ਼ਕਤੀਆਂ ਵਿੱਚ ਮੋਹਿਆ ਜਾਂਦਾ। ਭਾਗਾਂ ਵਾਲਾ ਉਹ ਹੈ ਜਿਹੜਾ ਗੋਬਿੰਦ ਨੂੰ ਮੋਹ ਲਵੇ, ਪਰਮੇਸ਼ਰ ਨੂੰ ਮੋਹ ਲਵੇ। ਸਾਹਿਬ ਕਹਿੰਦੇ ਫਿਰ ਜਿਨ੍ਹਾਂ ਨੇ ਪ੍ਰੇਮ ਰੂਪੀ ਠੱਗ ਬੂਟੀ ਪਾ ਕੇ ਮਾਲਕ ਨੂੰ ਖੁਸ਼ ਕੀਤਾ, ਅਕਾਲ ਪੁਰਖ ਗੋਬਿੰਦ ਜੀ ਦਾ ਮਨ ਉਹਨਾਂ ਤੇ ਮੋਹਿਆ ਗਿਆ। ਪਰਮਾਤਮਾ ਵੀ ਉਹਨਾਂ ਤੇ ਮੋਹਿਤ ਹੋ ਗਿਆ। ਵਾਹਿਗੁਰੂ ਜੀ ਦੇ ਪਿਆਰ ਰੰਗ ਵਿੱਚ ਲੀਨ ਹੋਏ। संतन कै प्रसाद आगाद कंठे लग सोहया जियो। ये सारी खेड किवें बनदी है? साहब कहंदे संतन कै प्रसाद। वाहिगुरु दे दरों घरों साजे नवाजे गुरमुख जानो संतन हन। उन्हां संतन कै दे प्रसाद अर्थ है किरपा। वाहिगुरु परमेश्वर जी दे प्यारियां दी किरपा दा सदका जिहड़ा आगाध दा अर्थ है जिहदा कोई अंत पारा वार नहीं। डूंगा किन्ना, विशाल किन्ना, चौड़ा किन्ना, जिथे इंद्रियां दी पहुँच नहीं, ऐसा काल पुरख वाहिगुरु आगाध है। कंठे लग सोहया जी। वो वाहिगुरु निश्चय रूपी कंठ गले विच लग करके सोहया, शोभनीक होया। जदों वो गल विच मिल गया ना, जीवन सोहया शोभनीक हो गया, सोहना बन गया। हार कंठ लग सोहया दुख सब जोहया। हरी जदों कंठ नाल लग के शोभनीक होया ना, जीवन सारा ही सोहना बन गया, सुखां नाल भर गया। निश्चा रूपी कंठ, भावना रूपी कंठ, प्रतख कंठ नाम हुंदा गल दा, कंठ नाम हुंदा हिरदे दा। प्रतख गल नाल हिरदे नाल ला करके शोभनीक हो गया। उन्हें सोहना बना दिता जीव नूं। फिर उस जीव ने दुख सब जोया। जिन्ने दुख औगण सन उन्हां नूं जोया कहिए ताड़ना करके, वेख करके उन्हें ताड़ना कर दिती। वो सारे दुख औगण चले गए। भगत लखियन कर वस पए। ਪਹਿਲਾਂ ਸ਼ੁਰੂ ਕੀਤਾ ਸੀ ਕਿ ਮਾਲਕ ਨੂੰ ਕੌਣ ਮਿਲੇ, ਕਿਵੇਂ ਮਿਲੇ ਨੇ, ਤੇ ਹੁਣ ਅੱਗੇ ਇੱਥੇ ਖੋਲ੍ਹ ਦਿੱਤਾ ਭਗਤ ਲਖੀਅਨ। ਹੁਣ ਭਗਤਾਂ ਵਾਲੇ ਲੱਛਣ ਨਾ ਹੋਣ। ਇੱਕ ਬੀਬੀ ਨੇ ਹਾਰ ਸ਼ਿੰਗਾਰ ਉਸੇ ਤਰ੍ਹਾਂ ਦਾ ਹੀ ਕੀਤਾ ਹੈ ਜਿਹੜਾ ਇੱਕ ਸੁਹਾਗ ਭਾਗ ਵਾਲੀ ਨੇ ਕੀਤਾ ਹੈ। ਪਰ ਇੱਕ ਦਾ ਪਤੀ ਨਾਲ ਪਿਆਰ ਨਹੀਂ, ਇੱਕ ਦਾ ਪਤੀ ਨਾਲ ਪਿਆਰ, ਇੱਕ ਦਾ ਹਾਰ ਸ਼ਿੰਗਾਰ ਸਫਲਾ ਹੈ ਤੇ ਇੱਕ ਦਾ ਨਿਸਫਲ ਹੈ। ਇਸੇ ਤਰ੍ਹਾਂ ਹੀ ਲੱਛਣ ਨਿਸ਼ਾਨੀਆਂ ਭਗਤ ਗੁਰਮੁਖ ਦੇ ਜੀਵਨ ਵਿੱਚ ਹਨ। ਸਾਹਿਬ ਕਹਿੰਦੇ ਭਗਤ ਲਖਿਆਨ ਕਰ ਵਸ ਭਏ, ਸਤ ਸੰਤੋਖ ਦਇਆ ਧਰਮ ਧੀਜ ਵਿਚਾਰ। ਇਹ ਸ਼ੁਭ ਲੱਛਣ, ਸ਼ੁਭ ਗੁਣਾਂ ਦੇ ਲੱਛਣ ਹਨ।
ਇਹ ਲੱਖਣ ਲੱਛਣ ਜਿਨ੍ਹਾਂ ਨੇ ਹਿਰਦੇ ਵਿੱਚ ਧਾਰਨ ਕਰ ਲਏ ਵਸਾ ਲਏ, ਭਗਤੀ ਦੇ ਲੱਛਣਾ ਕਰਕੇ ਕਰ ਵਸ ਭਏ। ਵਾਹਿਗੁਰੂ ਉਹਨਾਂ ਦੇ ਵਸ ਹੋ ਗਏ, ਗੁਰੂ ਪਰਮੇਸ਼ਰ ਉਹਨਾਂ ਦੇ ਅਧੀਨ ਹੋ ਗਿਆ। ਜਿਨ੍ਹਾਂ ਦੇ ਹਿਰਦੇ 'ਚ ਭਗਤੀ ਦੇ ਲੱਛਣ ਹਨ, ਗੁਰਮੁਖਾਂ ਵਾਲੇ ਲੱਛਣ ਨਿਸ਼ਾਨੀਆਂ ਹਨ, ਮਾਲਕ ਉਹਨਾਂ ਤੇ ਤਰੁੱਠ ਗਿਆ, ਮਾਲਕ ਉਹਨਾਂ ਦੇ ਵਸੀਕਾਰ ਹੋ ਗਿਆ। ਮਨ ਸਰਬ ਸੁਖ ਉਠੇ ਗੋਵਿੰਦ ਤੁਠੇ, ਜਨਮ ਮਰਨਾ ਸਭ ਮਿਟ ਗਏ। ਮਨ ਵਿੱਚ ਸਰਬ ਸਾਰੇ ਸੁਖ ਉਠੇ ਕਿ ਇਹ ਵਸ ਗਏ, ਸਾਰੇ ਸੁਖ ਹਿਰਦੇ ਅੰਤਰਾਤਮੇ ਮਨ ਵਿੱਚ ਵਸ ਗਏ। ਕਦੋਂ? ਜਦੋਂ ਗੋਬਿੰਦ ਤੁਠੇ, ਗੋਬਿੰਦ ਪਰਮੇਸ਼ਰ ਵਾਹਿਗੁਰੂ ਤੁਠੇ, ਤਰੁੱਠ ਪਿਆ, ਪ੍ਰਸੰਨ ਹੋਇਆ, ਖੁਸ਼ ਹੋਇਆ। ਤੇ ਉਹਦੀ ਖੁਸ਼ੀ ਪ੍ਰਸੰਨਤਾ ਦਾ ਸਦਕਾ ਜਨਮ ਮਰਨਾ ਸਭ ਮਿਟ ਗਏ। ਗੁਰੂ ਅਮਰਦਾਸ ਜੀ ਵੀ ਕਹਿੰਦੇ ਜੰਮਨ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਜੰਮਨ ਮਰਨ ਸਾਰਾ ਦਾ ਸਾਰਾ ਦੂਰ ਹੋ ਗਿਆ, ਮਿਟ ਗਿਆ। ਸਖੀ ਮੰਗਲੋ ਗਾਇਆ, ਇਛ ਪੁਜਾਇਆ। ਮਹਾਤਮਾ ਰੂਪੀ ਸਖੀਆਂ, ਗੁਰਮੁਖ ਸਖੀਆਂ ਨਾਲ ਮਿਲ ਕੇ ਵਾਹਿਗੁਰੂ ਦਾ ਮੰਗਲ ਜਸ ਗਾਉਣਾ ਕੀਤਾ, ਵਾਹਿਗੁਰੂ ਦੀ ਸਿਫਤ ਸਲਾਹ ਰੂਪੀ ਮੰਗਲ ਗਾਇਆ। ਇਛ ਪੁਜਾਇਆ, ਮਾਲਕ ਨੇ ਸਾਰੀਆਂ ਇੱਛਾ ਪੁਜਾਇਆ ਕਿ ਇਹ ਪੂਰੀਆਂ ਕਰ ਦਿੱਤੀਆਂ। ਬਹੁੜਨ ਮਾਇਆ ਹੋਇਆ, ਬਹੁੜ ਦੁਬਾਰਾ ਫਿਰ ਮਾਇਆ ਦੇ ਹੋਇਆ ਕਹਿੰਦੇ ਨੇ। ਹੌਲੇ ਜਿਹੜੇ ਹੁਲਾਰੇ ਵੱਜਦੇ ਨੇ, ਧੱਕੇ ਵੱਜਦੇ ਨੇ। ਸਮੁੰਦਰ ਜਦੋਂ ਜਹਾਜ਼ ਠਿਲਦਾ ਹੋਵੇ, ਹਵਾ ਦੀ ਉਪਾਧੀ ਕਰਕੇ ਬਹੁਤ ਸਾਰੀਆਂ ਉੱਚੀਆਂ ਲਹਿਰਾਂ ਉੱਡਦੀਆਂ, ਫਿਰ ਜਹਾਜ਼ ਨੂੰ ਧੱਕੇ ਮਾਰਦੀਆਂ, ਧੱਕੇ ਮਾਰ ਮਾਰ ਕੇ ਡੋਬ ਦਿੰਦੀਆਂ ਨੇ। ਇਸੇ ਤਰ੍ਹਾਂ ਹੀ ਮਨ ਸਮੁੰਦਰ ਦੇ ਵਿੱਚ ਵੀ ਮਾਇਆ ਦੀ ਉਪਾਧੀ ਕਾਰਨ ਔਗਣਾਂ ਦੇ ਧੱਕੇ ਵੱਜਦੇ ਹਨ ਤੇ ਜੀਵ ਦਾ ਜੀਵਨ ਸਾਰਾ ਹੀ ਡੁੱਬ ਜਾਂਦਾ ਹੈ। ਜੀਵਨ ਦੀ ਨੌਕਾ ਡੁੱਬ ਜਾਂਦੀ ਸੰਸਾਰ ਸਾਗਰ ਭਵਜਲ ਦੇ ਵਿੱਚ। ਸਤਿਗੁਰੂ ਪਾਤਸ਼ਾਹ ਮਹਾਰਾਜ ਨਾਮ ਰੂਪੀ ਜਹਾਜ਼ ਦੇ ਕੇ ਗੁਰੂ ਸਾਹਿਬ ਜੀ ਉਸ ਜਹਾਜ਼ ਦੇ ਮਲਾਹ ਨੇ ਤੇ ਮਾਇਆ ਦੇ ਹੋਹਿਆਂ ਧੱਕਿਆਂ ਤੋਂ ਗੁਰੂ ਸਾਹਿਬ ਬਚਾ ਲੈਂਦੇ, ਰੱਖਿਆ ਕਰਦੇ ਨੇ। ਇਹ ਨਹੀਂ ਕਿ ਮਾਇਆ ਦੇ ਧੱਕੇ ਨਾਮ ਜਪਣ ਵਾਲਿਆਂ ਨੂੰ ਨਹੀਂ ਲੱਗਦੇ, ਸਭ ਜ਼ਿਆਦੇ ਲੱਗਦੇ ਨੇ। ਪਤਾ ਨਹੀਂ ਕਿੰਨੇ ਕੁ ਰੂਪਾਂ ਵਿੱਚ ਮਾਇਆ ਧੱਕੇ ਮਾਰਨ ਆਉਂਦੀ ਹੈ। ਤੇ ਸਾਹਿਬ ਕਹਿੰਦੇ ਫਿਰ ਬਹੁੜ ਨਾ ਮਾਇਆ ਹੋਹਿਆ, ਹੋਹਿਆ ਕਹਿੰਦੇ ਧੱਕਿਆਂ ਨੂੰ। ਜਿਵੇਂ ਕੋਈ ਗੱਡੀ ਮੋਟਰ ਤੇ ਸਫ਼ਰ ਕਰਦਾ ਹੋਵੇ ਤੇ ਖੱਡਿਆਂ ਵਿੱਚ ਜਦੋਂ ਗੱਡੀ ਮੋਟਰ ਉਤਰੇਗੀ ਫਿਰ ਧੱਕੇ ਤਾਂ ਵੱਜਣਗੇ ਨਾ, ਹੌਲੇ ਵੱਜਣਗੇ, ਜਿਨ੍ਹਾਂ ਨੂੰ ਆਮ ਤੌਰ ਤੇ ਹੌਲੇ ਬੋਲਦੇ ਹਨ। ਸੋ ਮਾਇਆ ਹੋਹਿਆ, ਮਾਇਆ ਦੇ ਧੱਕੇ ਸਾਹਿਬ ਕਹਿੰਦੇ ਫਿਰ ਦੁਬਾਰਾ ਨਹੀਂ ਵੱਜਦੇ, ਉਹ ਸਾਰੇ ਦੂਰ ਹੋ ਜਾਂਦੇ ਨੇ। ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ। ਕਰ ਨਾਮ ਹੈ ਹੱਥ ਦਾ, ਗਹਿ ਨਾਮ ਹੈ ਫੜਨ ਦਾ, ਲੀਨੇ ਦਾ ਅਰਥ ਹੈ ਲੈ ਲਏ। ਮਾਲਕ ਨੇ ਕਿਰਪਾ ਕਰਕੇ ਜਿਨ੍ਹਾਂ ਦੇ ਹੱਥ ਫੜ ਲਏ, ਉਹ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਤੇ ਤਰੁੱਠਿਆ ਪ੍ਰਸੰਨ ਹੋਇਆ, ਉਹਨਾਂ ਦਾ ਮਨ ਰੂਪੀ ਹੱਥ ਉਹਨੇ ਫੜ ਲਿਆ। ਨਾਨਕ ਪ੍ਰਭ ਪਿਆਰੇ, ਪ੍ਰਭੂ ਪਰਮਾਤਮਾ ਜਿਹੜਾ ਸਭ ਤੋਂ ਪਿਆਰਾ ਹੈ, ਉਸ ਪਿਆਰੇ ਵਾਹਿਗੁਰੂ ਨੇ ਜਿਨ੍ਹਾਂ ਦਾ ਹੱਥ ਫੜ ਲਿਆ ਨਾ, ਫਿਰ ਉਹਨਾਂ ਨੂੰ ਪ੍ਰਾਪਤੀ ਕੀ ਹੋਈ? ਸੰਸਾਰ ਸਾਗਰ ਨਹੀਂ ਪੋਹਿਆ। ਸੰਸਾਰ ਇੱਕ ਸਾਗਰ ਦੀ ਨਿਆਈ, ਸਮੁੰਦਰ ਦੀ ਨਿਆਈ। ਉਹ ਸਮੁੰਦਰ 'ਚ ਲਹਿਰਾਂ ਉੱਠਦੀਆਂ ਨੇ, ਸੰਸਾਰ ਸਾਗਰ ਵਿੱਚ ਵੀ ਪਤਾ ਨਹੀਂ ਕਿੰਨੀਆਂ ਔਗਣਾਂ ਵਿਕਾਰਾਂ ਬੁਰਾਈਆਂ ਦੀਆਂ ਲਹਿਰਾਂ ਉੱਠਦੀਆਂ ਹਨ। ਸਾਹਿਬ ਕਹਿੰਦੇ ਪੋਹਿਆ ਦਾ ਅਰਥ ਹੁੰਦਾ ਛੋਹਣਾ, ਸਪਰਸ਼ ਕਰਨਾ। ਉਹਨਾਂ ਨੂੰ ਸੰਸਾਰ ਸਾਗਰ ਫਿਰ ਪਹੁੰਚਦਾ ਨਹੀਂ, ਸਪਰਸ਼ ਨਹੀਂ ਕਰਦਾ। ਸਾਗਰ ਨੂੰ ਇਸ ਤਰ੍ਹਾਂ ਤਰ ਜਾਂਦੇ, ਸਾਗਰ ਤਰਿਓ ਬਾਛਰ ਖੋਜ। ਵੱਛੇ ਦੇ ਖੁਰ ਵਿੱਚ ਪਾਣੀ ਭਰਿਆ ਹੋਵੇ, ਜਿਵੇਂ ਉਹ ਸੌਖਿਆਂ ਲੰਘ ਜਾਈਦਾ ਨਾ, ਇਸੇ ਤਰ੍ਹਾਂ ਸੰਸਾਰ ਸਾਗਰ ਸਮੁੰਦਰ ਤੋਂ ਭਵਜਲ ਤੋਂ ਗੁਰਮੁਖ ਪਾਰ ਹੋ ਜਾਂਦੇ, ਪਾਰ ਉਤਰ ਜਾਂਦੇ ਨੇ। ਜਿਨ੍ਹਾਂ ਨੂੰ ਪ੍ਰਭੂ ਪਿਆਰੇ ਪ੍ਰਮਾਤਮਾ ਨੇ ਆਪਣੀ ਸ਼ਰਨ ਦਿੱਤੀ, ਜਿਨ੍ਹਾਂ ਦਾ ਮਨ ਰੂਪੀ ਹੱਥ ਤੇ ਪ੍ਰਤੱਖ ਹੱਥ ਮਾਲਕ ਨੇ ਫੜ ਕੇ ਆਪਣੇ ਬਣਾ ਲਿਆ, ਉਹਨਾਂ ਨੂੰ ਸੰਸਾਰ ਸਾਗਰ ਦੀਆਂ ਲਹਿਰਾਂ ਤੋਂ ਬਚਾ ਲਿਆ। ਉਹਨਾਂ ਨੂੰ ਫਿਰ ਲਪੇਟੇ ਨਹੀਂ ਵੱਜੇ, ਉਹ ਸੰਸਾਰ ਦੀਆਂ ਲਹਿਰਾਂ ਛੱਲਾਂ ਵਿੱਚ ਡੁੱਬੇ ਨਹੀਂ, ਗੋਤੇ ਨਹੀਂ ਖਾਧੇ, ਸਗੋਂ ਸੌਖੇ ਹੀ ਸੰਸਾਰ ਸਾਗਰ ਤੋਂ ਪਾਰ ਹੋ ਗਏ। ਇਹ ਪਾਵਨ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਹਿਰਦੇ ਵਿੱਚ ਵਸੇ।
ਸਾਹਿਬਾਂ ਦੀ ਪਾਵਨ ਬਾਣੀ ਅਗਾਧ ਬੋਧ ਹੈ। ਤੁਛ ਬੁੱਧੀ ਮਤ ਅਨੁਸਾਰ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਸਤਿਗੁਰੂ ਜੀ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ ਕਿਰਪਾ ਕਰਨ ਜੀ। ਅੰਤਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਔਰ ਨਾਲ ਹੀ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਣੇ ਹਨ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਹੋਈ ਭੁੱਲ ਚੁੱਕ ਦੀ ਮੁਆਫੀ ਜੀ। ਸਖੀ ਮੰਗਲੋ ਗਾਇਆ ਇਛ ਪੁਜਾਇਆ, ਬਹੁੜ ਨ ਮਾਇਆ ਹੋਇਆ। ਕਰ ਗਹਿ ਲੀਨੈ ਨਾਨਕ ਪ੍ਰਭ ਪਿਆਰੇ, ਸੰਸਾਰ ਸਾਗਰ ਨਹੀਂ ਪੋਹਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਾਜੀ ਨਿਵਾਜੋ। ਹੁਣ ਆਪ ਜੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਜੋ ਸਤਿਗੁਰੂ ਸਾਹਿਬਾਨ ਜੀ ਦੇ ਪਾਵਨ ਪਵਿੱਤਰ ਸ਼ਸਤਰ ਸੁਸ਼ੋਭਿਤ ਹਨ, ਤਿੰਨਾਂ ਦੇ ਦਰਸ਼ਨ ਦੀਦਾਰ ਕਰਵਾਏ ਜਾਣਗੇ। ਸੋ ਆਪ ਜੀ ਇਕਾਗਰਤਾ ਬਣਾ ਕਰਕੇ, ਸ਼ਾਂਤੀ ਬਣਾ ਕਰਕੇ, ਟਿਕ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ